ਵੈਸਾਖ ਧੀਰਨ ਕਿਉ ਵਾਡਿਆ, ਜਿਨਾ ਪ੍ਰੇਮ ਵਿਛੋ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਧੋ। ਪੁੱਤਰ ਕਲਿਤਰ ਨਾ ਸੰਗ ਧਨਾ, ਹਰ ਅਵਨਾਸੀਓ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋ। ਦੋ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਇ। ਵੈਸਾਖ ਸੁਹਾਵਾ ਤਾਂ ਲਗੇ, ਜਾਂ ਸੰਤ ਭੇਟੇ ਹਰ ਸੋਇ। ਚੱਲ ਰਹੇ ਸਾਲ ਦਾ ਦੂਸਰਾ ਮਹੀਨਾ ਵੈਸਾਖ। ਇਸ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 12 ਮਾਹ ਨਾਮਕ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਵੈਸਾਖ ਦੇ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਧੀਰਜ ਕਿਸ ਤਰ੍ਹਾਂ ਹੋ ਸਕਦਾ ਹੈ, ਜਿਨ੍ਹਾਂ ਦੇ ਹਿਰਦੇ ਤੋਂ ਪ੍ਰਮਾਤਮਾ ਦੀ ਦੂਰੀ ਹੈ, ਵਾਂਡੇ ਹੈ, ਇੱਕ ਪਾਸੇ ਹੈ ਪ੍ਰਮਾਤਮਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦਾ ਵਿਛੋੜਾ ਹੈ, ਪ੍ਰੇਮ ਉਤਪੰਨ ਨਹੀਂ ਹੋਇਆ, ਪ੍ਰਭੂ ਪੈਦਾ ਨਹੀਂ ਹੋਇਆ, ਪ੍ਰਭੂ ਨਾਲ ਸੰਬੰਧ ਨਹੀਂ ਜੁੜਿਆ, ਤਾਂ ਵਿਸਾਖ ਦਾ ਮਹੀਨਾ ਤੇ ਬੇਸਬਰੀ ਪੈਦਾ ਕਰੇਗਾ। ਜੀਵਨ ਵਿੱਚ ਜਲਦਬਾਜ਼ੀ ਹੋਵੇਗੀ, ਬੇਸਬਰੀ ਹੋਵੇਗੀ, ਤਬੀਅਤ ਦੇ ਵਿੱਚ ਕਾਲਾਪਣ ਹੋਵੇਗਾ। ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਧੋ। ਵੈਸਾਖ ਦੇ ਮਹੀਨੇ ਵਿੱਚ ਇਸਨੇ ਪਰਿਪੂਰਨ ਪ੍ਰਮਾਤਮਾ ਨੂੰ ਵਿਸਾਰ ਕਿਉਂ ਦਿੱਤਾ? ਪ੍ਰੇਮ ਦਾ ਵਿਛੋੜਾ ਕਿਉਂ ਹੈ? ਤਾਂ ਸਾਹਿਬ ਕਹਿੰਦੇ ਨੇ, ਉਹ ਜੋ ਸੱਜਣ ਹੈ, ਉਹ ਜੋ ਪੂਰੇ ਹੋਇਆ ਪਰਿਪੂਰਨ ਪ੍ਰਮਾਤਮਾ ਹੈ, ਉਹਨੂੰ ਇਸ ਵਾਸਤੇ ਵਿਸਾਰਿਆ ਹੈ ਕਿ ਧਾਵਨਾ ਮਾਇਆ ਦੀ ਹੈ। ਮਨੁੱਖ ਦੋਹਾਂ ਦੇ ਵਿੱਚ ਇੱਕ ਦੇ ਪ੍ਰਭਾਵ ਹੇਠ ਜੀਵੇਗਾ, ਜਾਂ ਪ੍ਰਮਾਤਮਾ ਦੇ ਜਾਂ ਮਾਇਆ ਦੇ। ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਇਹ ਕਿਸ ਦੇ ਪ੍ਰਭਾਵ ਹੇਠ ਜੀ ਰਿਹਾ, ਔਰ ਜਿਸ ਦੇ ਪ੍ਰਭਾਵ ਹੇਠ ਜੀ ਰਿਹਾ ਉਸ ਵਰਗੇ ਉਸਦੇ ਕਰਮ ਹੋ ਜਾਣਗੇ। ਅਗਰ ਮਨੁੱਖ ਪ੍ਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ ਤਾਂ ਉਹਦੇ ਕਰਮ ਪ੍ਰਮਾਤਮਾਮਈ, ਉਹਦੀ ਸੋਚਣੀ ਪ੍ਰਮਾਤਮਾਮਈ, ਉਹਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੋ ਜਾਏਗਾ, ਉਹਦੀ ਤੱਕਣੀ ਵੀ ਪ੍ਰਮਾਤਮਾਮਈ, ਉਹਦੇ ਬੋਲ ਵੀ ਅੰਮ੍ਰਿਤਮਈ ਹੋਣਗੇ, ਕਿਉਂਕਿ ਬੋਲਾਂ ਦੇ ਵਿੱਚ ਵੀ ਪ੍ਰਭੂ ਆਪ ਹੋਵੇਗਾ। ਪਰ ਜੇ ਇਹ ਮਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ ਤਾਂ ਇਹਦੇ ਬੋਲਾਂ ਦੇ ਵਿੱਚ ਵੀ ਮਾਇਆ, ਇਹਦੀ ਦ੍ਰਿਸ਼ਟੀ ਦੇ ਵਿੱਚ ਵੀ ਮਾਇਆ, ਇਹਦੇ ਹਰ ਕਰਮ ਦੇ ਉੱਤੇ ਮਾਇਆ ਦਾ ਪ੍ਰਭਾਵ ਹੋਵੇਗਾ। ਕਿਉਂਕਿ ਮਾਇਆ ਦਾ ਆਪਣਾ ਇੱਕ ਖਾਸ ਪ੍ਰਭਾਵ ਹੈ, ਔਰ ਬਹੁਤ ਸਾਰੀ ਦੁਨੀਆ ਇਸੇ ਹੀ ਪ੍ਰਭਾਵ ਹੇਠ ਜੀ ਰਹੀ ਹੈ। ਬਾਰ-ਬਾਰ ਅਵਤਾਰੀ ਪੁਰਸ਼ਾਂ ਨੂੰ ਆ ਕੇ ਮਨੁੱਖ ਨੂੰ ਸਮਝਾਉਣਾ ਪਿਆ ਵੀ ਤੂੰ ਛਾਇਆ ਦੇ ਪ੍ਰਭਾਵ ਹੇਠ ਜੀ ਰਿਹਾ ਹੈ, ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਕਬੂਲ ਕਰ। ਮਾਇਆ ਤੇ ਉਸ ਦੀ ਛਾਇਆ ਹੈ, ਮਹਾਮਾਈ ਤਾਂ ਕੀ ਹੈ ਛਾਇਆ। ਤੋ ਜੋ ਛਾਇਆ ਦੇ ਪ੍ਰਭਾਵ ਹੇਠ ਜੀਵੇ ਤੇ ਜਿਸ ਦੀ ਛਾਇਆ ਹੈ ਉਸ ਦਾ ਪ੍ਰਭਾਵ ਨਾ ਕਬੂਲ ਕਰੇ, ਤਾਂ ਇਹ ਕੋਈ ਸਿਆਣਪ ਨਹੀਂ ਹੈ, ਇਹ ਦਾਨਸ਼ਮੰਦੀ ਨਹੀਂ ਹੈ। ਪਰ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਕਿ ਮਾਇਆ, ਇਹ ਸੰਸਾਰ, ਇਹ ਪਦਾਰਥ ਜੇ ਵਾਕਈ ਪ੍ਰਮਾਤਮਾ ਦੀ ਛਾਇਆ ਹੈ ਤਾਂ ਛਾਇਆ ਦਾ ਇਤਨਾ ਪ੍ਰਭਾਵ ਕਿਉਂ ਹੈ? ਦਰਅਸਲ ਤਪਿਆ ਹੋਇਆ, ਭੁੱਖਾ ਤੇ ਪਿਆਸਾ ਮਨੁੱਖ, ਗਰਮੀ ਦਾ ਸਤਾਇਆ ਹੋਇਆ, ਅਗਰ ਦਰਖਤ ਦੀ ਛਾਂ ਥੱਲੇ ਆ ਗਿਆ ਤਾਂ ਕੁਛ ਚੈਨ ਮਿਲਦਾ ਹੈ, ਕੁਛ ਸੁਖ ਮਿਲਦਾ ਹੈ।
भावें भुख नहीं मिटदी, भावें प्यास नहीं मिटदी, पर तपश दा थोड़ा जिहा दुख मिटिया है। तो छाया दा बस इतना ही प्रभाव है, माया दा बस इतना ही प्रभाव है। भुख ते उदों मिटेगी जद दरखत दा फल नसीब होवेगा, भुख ते प्यास उदों मिटेगी जद ये फल झोली दे च पवेगा। फल परमात्मा दा नाम है, ईश्वर दा नाम ये फल है, और ये सारिया भुखा नू शांत कर देंदा है। साच नाम आधार मेरा, जिन भुखा सब गवाइया। सारिया ही भुखा मिट गईयां, सारे दुख संताप नस गए, क्योंकि परमात्मा दे नाम दी ये बरकत है, ये उसकी महानता है। तो साहिब फरमान पे करते ने, जिहड़े माया दे प्रभाव हेठ जी रहे ने, वो उस सज्जन नू भुला देंदे ने। माया दा फिर रूप की है? पुत्र कलित्र ना संग धना, हर अविनाशी ओ। पुत्र उदों माया बन जाता है जद परमात्मा दे विचकार दीवार बन जाए। इस्त्री उदों माया बन जाती है जद मनुख दे विचकार ते परमात्मा दे विचकार दीवार दी तरह खड़ी हो जाए। धन भी उदों माया है जद परमात्मा दी याद दे च ये दीवार दी तरह खड़ा हो जाए ते परमात्मा नू याद ना करन देवे। हर ओ रंग रूप माया है जो परमात्मा तक जान ना देवे, ओदी याद दे च बाधा खड़ी कर दे। अगर पुत्र सहायक है, मददगार है परमात्मा दी याद दे च, तो पुत्र माया नहीं है। अगर स्त्री सहायक है, मददगार है, अमृत वेले उठण दे च मदद कर रही है, बाणी पढ़न दे च मदद कर रही है, प्रभु दी याद दे सहायता दे रही है, तो स्त्री माया नहीं, इति प्रभु दी बख्शिश, इति उसदी रहमत। और धन भी जैसे जैसे घर दे च वधदा जा रहा है, हिरदे दे च धर्म वधदा जाए, परमात्मा दी याद वधदी जाए, और धन करके दान दियां बिरतियां भी वधदियां जान, तो ये धन माया नहीं है, ये ते सहायक हो गया, ये ते मददगार हो गया। तो माया कईयां दी दासी है, कईयां दी मालकण है। गुरबाणी दे च इस तरह के दो रूप बयान किए गए ने। माया दासी भगतां की कार कमावे। ये भगतां दी दासी है, लेकिन संसारियां दी ते मालकण है। संसारियां दे आम जो इस दे प्रभाव हेठ जीवदे ने, माया उन्हां दे सिर ते बैठती है, ते जो परमात्मा दे प्रभाव हेठ जीवदे ने, माया उन्हां दे कदमां दे थल्ले आउंदी है। जिस दे कदमां दे थल्ले माया है, गल स्पष्ट हो गई, ये परमात्मा दे प्रभाव हेठ जी रहा है, इस दे मस्तक ते परमात्मा दा ज्ञान है, उसदा हथ है। और जिस सिर दे उत्ते माया आन बैठी है, तो एक गल स्पष्ट हो गई, इसदी जिंदगी दे च परमात्मा नदारत है। पुत्र, स्त्री, धन संपदा सारे दे सारे परमात्मा दे विचकार दीवार बन के जो है खड़े हो गए ने। साहिब कहते ने, सारे दे सारे तेरी अखां दे सामने ओजन होने वाले ने। इन्हां दे चों बारी बारी संबंध दे टुटदियां देर नहीं लगती। अविनाशी ते केवल एक परिपूर्ण परमात्मा है। पलच पलच सगली मुई, झूठे धंधे मोह। माया दे धंधियां दे खज्जल खुआर हो के आखिर एक दिन रूहानी मौत हो जाती है, और नाले शरीरक मौत हो जाती है। इस तरह खज्जल खुआर होके अपना जीवन व्यर्थ गवा छड़दा है। इकस हर के नाम बिन अगे लईए खो। परिपूर्ण परमात्मा दा इको ही नाम जो नाल जांदा है, इस तो इलावा जो कुछ भी कोल है सारा खो लिया जाता है। न जमीन नाल जाती है, न मकान, न स्त्री नाल जाती है, न पुत्र, न धन संपदा नाल जाती है, न यार दोस्त। एक सदीवी नाल रहन वाला है परिपूर्ण परमात्मा दा नाम। पर मनुख दी गफलत जो सदा अंग संग है, इत्थे ते उत्थे, उस नाल कोई रिश्ता नहीं जोड़िया। ते जिन्हां दा संग वक्ती है, जिन्हां दा आसरा भी वक्ती है,
ਜਿਨ੍ਹਾਂ ਦੀ ਨੇੜਤਾ ਵਕਤੀ ਹੈ, ਆਰਜ਼ੀ ਹੈ, ਉਹਨਾਂ ਦੇ ਆਲੇ ਦੁਆਲੇ ਹੀ ਇਹ ਭਟਕ ਰਿਹਾ ਹੈ ਔਰ ਸਦੀਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ ਹੈ। ਸਾਹਿਬ ਕਹਿੰਦੇ ਨਹੀਂ, ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ, ਸਭ ਕੁਝ ਖੋ ਲਿਆ ਜਾਂਦਾ ਹੈ, ਸਭ ਕੁਝ ਇੱਥੇ ਰਹਿ ਜਾਂਦਾ ਹੈ। ਦੋਏ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੁਚਣਾ ਖੁਆਰ ਹੀ ਆਉਣਾ ਹੁੰਦਾ ਹੈ, ਪ੍ਰਭ ਬਿਨ ਅਵਰ ਨਾ ਕੋਏ। ਔਰ ਇਸ ਖੁਆਰੀ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਦੁੱਖ ਨੂੰ, ਇੱਕ ਸੰਤਾਪ ਨੂੰ ਇੱਕ ਪਰਿਪੂਰਨ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਨ ਕਰਦੇ ਨੇ, ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ। ਵੈਸਾਖ ਦੇ ਮਹੀਨੇ ਵਿੱਚ ਜੋ ਪ੍ਰਮਾਤਮਾ ਦੇ ਚਰਨੀ ਲੱਗਦੇ ਨੇ, ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ, ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਵਿਸਾਖ ਦੇ ਮਹੀਨੇ ਵਿੱਚ ਇੰਜ ਜੋਦੜੀ ਕਰਿਆ ਕਰ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। हे परिपूर्ण परमात्मा, तेरे चरण कमलों ਵਿੱਚ ਬਿਨੇ ਹੈ, ਪ੍ਰਾਰਥਨਾ ਹੈ, ਤੂੰ ਮਿਲ, ਤੂੰ ਨੇੜੇ ਆ, ਤੇਰਾ ਮਿਲਣਾ ਸੁਖਦਾਈ ਹੈ, ਆਨੰਦਮਈ ਹੈ। ਵਿਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ। ਵਿਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਮਹਾਨ ਹੈ, ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ। ਸਮਝ ਲੋ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ, ਫਲੀਭੂਤ ਹੋ ਗਿਆ, ਆਨੰਦਮਈ ਹੋ ਗਿਆ। ਹੁਣ ਇਸੇ ਮਹੀਨੇ ਦੇ ਸੰਬੰਧ ਵਿੱਚ ਜੋ ਕੁਛ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਪ ਸਰਵਨ ਕਰੋ। ਵਿਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦਵਾਰ आओ दया करे। घर आओ प्यारे दुतर तारे, तुद बिन अड न मोलो। कीमत कौन करे तुद भावा, देख दिखावे ढोलो। दूर न जाना अंतर माना, हर का महल पछाना। नानक वैसा खी प्रभ पावे, सुरत सबद मनु माना। पहले पातशाह प्रकृति दी रूप रेखा वैसाख दे महीने दी इंज फरमान करते ने, वैसाख भला साखा वेस करे। ਵਿਸਾਖ ਦਾ ਮਹੀਨਾ ਅਤਿਅੰਤ ਭਲਾ ਹੈ। ਦਰਖਤਾਂ ਵਿੱਚ ਨਵੀਆਂ ਕੌਂਪਲਾਂ ਫੁੱਟਦੀਆਂ ਨੇ। ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੋਪਲਾਂ ਨੂੰ ਜਨਮ ਦਿੰਦੀਆਂ ਨੇ। ਵਿਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੋਪਲਾਂ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਰਾਗ, ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪੰਨ ਹੋਵੇ, ਜਿਹੜਾ ਇਸ ਨੇ ਅੱਜ ਤੱਕ ਕਦੀ ਵੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਰੰਗ ਮਾਣਿਆ ਨਾ ਹੋਵੇ। ਇਸ ਤਰ੍ਹਾਂ ਕਿਧਰੇ ਦੁਨੀਆ ਦੀਆਂ, ਇਸ ਤਰ੍ਹਾਂ ਦੇ ਰਸ ਦੀਆਂ, ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਧਰੇ ਇਸ ਦੇ ਅੰਦਰ ਕੌਂਪਲਾਂ ਫੁੱਟਣ ਤਾਂ ਮਹਾਰਾਜ ਕਹਿੰਦੇ ਨੇ ਵਿਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵਿਸਾਖ ਦੇ ਮਹੀਨੇ 'ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ। ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ, ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ। ਸਾਹਿਬ ਉਸੇ ਦਾ ਜ਼ਿਕਰ ਪਏ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ, ਸ਼ਾਖਾਂ ਤੇ ਪੱਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ। ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ ਤੇ ਐ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇਂ।
ਤੂੰ ਹਾਰ ਸ਼ਿੰਗਾਰ ਤੋਂ ਬਿਨਾਂ ਰਹਿ ਜਾਵੇਂ। ਦੇਖ ਤੇ ਸਹੀ, ਪ੍ਰਕਿਰਤੀ ਬਨਸਪਤੀ ਨੂੰ ਸ਼ਿੰਗਾਰ ਦੇ ਰਹੀ ਹੈ। ਤੂੰ ਵਾਂਝਾ ਕਿਉਂ ਰਹਿ ਗਿਆ? ਇਹ ਨਵੀਆਂ ਕੌਂਪਲਾਂ ਤੇਰੇ ਅੰਦਰ ਕਿਉਂ ਨਹੀਂ ਫੁੱਟੀਆਂ? ਇਹ ਨਵੇਂ ਉਮੰਗ, ਇਹ ਨਵੇਂ ਤਰੰਗ, ਇਹ ਨਵਾਂ ਵੇਸ, ਇਹ ਨਵਾਂ ਸ਼ਿੰਗਾਰ, ਇਹ ਨਵੀਂ ਦੁਨੀਆ ਦੀ ਝਲਕ ਤੇਰੇ ਅੰਦਰੋਂ ਕਿਉਂ ਨਹੀਂ ਪੈਦਾ ਹੋਈ? ਦਰਅਸਲ ਪ੍ਰਮਾਤਮਾ ਸਦੀਵੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜਦ ਕੋਈ ਉਸ ਦਾ ਚਿੰਤਨ ਕਰਦਾ ਹੈ ਤਾਂ ਨਿਤ ਨਵੀਆਂ ਉਮੰਗਾਂ, ਨਿਤ ਨਵੇਂ ਅਨੁਭਵ, ਨਿਤ ਨਵੇਂ ਗੀਤ, ਨਿਤ ਨਵੇਂ ਸੰਗੀਤ ਦੀਆਂ ਧੁਨਾਂ ਉਸ ਦੇ ਅੰਦਰੋਂ ਜਨਮ ਲੈਂਦੀਆਂ ਨੇ। ਔਰ ਇਤਨੀ ਨਵੀਨਤਾ ਦੀ ਵਰਸ਼ਾ ਹੁੰਦੀ ਹੈ, ਉਹ ਬਿਸਮਾਦ ਹੋ ਜਾਂਦਾ ਹੈ, ਅਸ਼ਚਰਚਤਾ ਦੀ ਦੁਨੀਆ ਵਿੱਚ ਖੋ ਜਾਂਦਾ ਹੈ। ਉਸੇ ਹਾਲਤ ਵਿੱਚ ਇਹ ਬੋਲ ਨਿਕਲ ਪੈਂਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੇ। तो साहिब फरमान पे करते ने, धन गुरु नानक देव जी महाराज का दिल दिमाग एक कवि का हिरदा है, एक कवि का दिमाग है। अकाल पुरख ने जिथे आप नू संदेश देण लई चुनिया है, उत्थे गुरु नानक देव जी महाराज अकाल पुरख का संदेश गीतां दे राहीं, संगीत दे राहीं जगत की झोली विच पा रहे ने। धन सो राग सुरंगड़े, अलापत सब दिख जाए। पातशाह तो इत्थे तक कहते ने, धन ने ओ राग बड़े सुंदर ने, जिन्हां दे अलाप करदियां ही सारी तिखा मिट जाती है, चैन मिलता है, सुकून मिलता है। साहिब श्री गुरु नानक देव जी महाराज दे अंदर परमात्मा संगीत बन के प्रगट होया है, परमात्मा गीत बन के प्रगट होया है, परमात्मा खेड़ा बन के प्रगट होया है, परमात्मा ज्ञान बन के प्रगट होया है। ते जद इतना प्रगट होया है तो हुण कुदरती गल है, वंडना होवेगा। ये वंडना इस तरह होंदा है, जद कोई फुल अपनी पूरी शक्ति नाल भर जाता है तो उस दे चों महक डुल डुल के पैंदी है। हुण चाहे कोई लैण वाला होवे, चाहे ना लैण वाला होवे, पर फुल वंडी जा रहे है, महक वंडी जा रहे है। इसी तरीके नाल साहिब श्री गुरु नानक देव जी महाराज दा हिरदा है, आप रस दे नाल, गीत दे नाल, संगीत दे नाल, प्रभु दी दया नाल ते दैवी गुणा नाल इतने भर गए ने, 9 खंड पृथ्वी दे वंडदे रहे। देखण दे च आया है, कोई मनुख वंडेगा, चलो अपने घर दे च वंड लेगा, कुछ साजो समान, कुछ वस्तुआं, कुछ पुत्रां दे च वंडेगा, मित्रां दे च वंड देवेगा। ते किसे दा दायरा जरा वसी होया तो चलो अपने महल्ले दे च वंड लेगा, अपनी बिरादरी दे च वंड देगा। ते होर भी सारा किधरे वसी होया तो वध अपने शहर दे च वंडेगा या अपने प्रांत दे च वंडेगा। इस तरह का अज तक कोई होया तो नहीं, तो चलो मन लेंदे आ कि कोई चलो अपने मुल्क दे च वंडेगा। पर साहिब श्री गुरु नानक देव जी महाराज ने ये गीत संगीत ज्ञान विज्ञान आनंद ते परम खुशी दी दौलत 9 खंड पृथ्वी दे च वंडी। परमात्मा ही अनंत रूपां दे च गुरु नानक दे अंदरों प्रगट होया है और आप वंडन नूं चल पए ने। ये दाता तरह तरह दियां रब्बी दातां वंडन नूं चल पिया है। चाहे सुमेर ते बैठे ने जोगी, उन्हां दी झोली दे च भी पाण नूं चला गया है। चाहे तपदे हुए मैदानां ते बैठे ने अरब दे लोग, उन्हां दी झोली दे च भी शांति देण नूं चला गया। चाहे जंगल उजाड़ बयाबान दे च बैठे ने लोग, उन्हां दी झोली दे च भी बरकतां खेड़े ते खुशियां पाण जो है चला गया। ते चाहे कोई घर दे च बैठे ने खाली, उन्हां दी झोली भी भरण नूं साहिब श्री गुरु नानक देव जी महाराज पहुंचे ने। आप विसाख दे महीने दा जो प्राकृतिक रूप है इंज बयान करते ने, वैसाख भला साखां वेस करे, धन देखे हर द्वार आवो दया करे। वैसाख दे महीने विच जिवें दरख्तां ने नवीआं कौंपलां देख लईआं, नवें पत्ते देख ले, नवीं हरियावली देख रही, जे किधरे जीव रूपी इस्त्री भी
ਹਰੀ ਦਾ ਦੁਆਰ ਦੇਖ ਲਵੇ ਤੇ ਉਸ ਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ 'ਚ, ਆ ਤੂੰ ਮੇਰੇ ਘਰ ਦੇ 'ਚ। तेरी झलक जे इतनी सुहावनी है तो तेरा मिलना कितना आनंदमयी होवेगा। घर आओ प्यारे दुत्तर तारे तुद बिन अड न मोलो। वो फिर बिरहे दी मारी हुई इस तरह जोदड़ी कर दिए, हे परिपूर्ण परमात्मा तू घर दे च आ। तेरे तो बिना मेरा कौडी भी मुल नहीं, ਅੱਡ ਨਾ ਮੁੱਲੋ। ਤੂੰ ਹੋਵੇਂ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਇਹ ਪਰਿਪੂਰਨ ਪਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ। ਐ ਪਿਆਰੇ ਘਰ ਦੇ ਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਦੇ ਚ ਮਦਦਗਾਰ ਸਾਬਤ ਹੋ ਸਕੋ। ਮੈਨੂੰ ਪਾਰ ਕਰੋ। ਇਹ ਤੇ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ, हे ਪਿਆਰੇ ਘਰ ਦੇ ਚ ਆਓ, ਮੈਨੂੰ ਤਾਰੋ, ਕਿਉਂਕਿ ਮੈਂ ਐਸਾ ਸਮਝ ਲਿਆ ਤੁਧ ਬਿਨ ਅੱਡ ਨਾ ਮੋਲੋ। ਤੈਥੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ। बेड़ी दी महानता मला करके है। जड़ी बूटियां दे राज वैद लोग प्रगट करते ने। किसे साज दी महानता साजिंदे करके है। किसे बीज दा फलीभूत होना ते गुणशाली होना धरती करके है। इस तरह मनुख दी भी सारी महानता परमात्मा करके है। एक परमात्मा नूं अपने जीवन तो एक पासे कर दईए तो इंज समझ लो जैसे मलाह बेड़ी तो अलग हो गया, जैसे बीज तो जमीन अडरी हो गई, जैसे साज तो साजिंदा अलग हो गया। ते साजिंदे तो बिना ये साज की मैंने रखदा है। ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ, ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ। ਇਹਦੇ ਜੋ ਰਾਗ ਸੰਗੀਤ ਧੁਨਾ ਸਨ ਇਹ ਤੇ ਸਾਜ਼ਿੰਦੇ ਕਰਕੇ ਸਨ। ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਹ ਤੇ ਪ੍ਰਮਾਤਮਾ ਕਰਕੇ ਹੈ। ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ, ਪ੍ਰਮਾਤਮਾ ਦਾ ਸਾਜ਼ ਬਣ ਜਾ, ਉਹਦੇ ਹੋਂਠਾਂ ਨਾਲ ਲੱਗ ਜਾ ਤਾਂ ਕਿ ਉਸਦੀ ਹਵਾ ਉਸਦੀ ਪ੍ਰੇਰਨਾ ਤੈਨੂੰ ਐਸੇ ਛੂਵੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ। ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਿੰਦੇ ਦੇ ਹੱਥ ਛੂੰਦੇ ਨੇ, ਸਾਜ਼ਿੰਦੇ ਦੇ ਹੋਂਠ ਛੂੰਦੇ ਨੇ। ਤੋ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ। ਯਕੀਨ ਜਾਣੋ ਜਦ ਹਿਰਦੇ ਨੂੰ ਪ੍ਰਮਾਤਮਾ ਛੂੰਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ कि साज साजिंदे दे हत्थां जो है चला जाता है, तो वाकई उस मनुख की जिंदगी संगीतमई हो जाती है। ये तो एक प्रतीक ने कि बांस की पौंगरी बांसरी बन गई, कृष्ण के होंठा ने छोई, वो तरह तरह के संगीत नूं जन्म देन लग पई। यकीन जानो जद भी कोई साज की तरह बन जाए ते परमात्मा के होंठा नाल लग जाए, परमात्मा के अंग नाल छो जाए तो उसदे बरकत भरे हथ उसदे अमृतमई चेहरे दे नाल उस साज दे चों जिहड़ी आवाज़ पैदा होंदी है उसे नूं वेद कहंदे ने, उसे नूं पुराण कहंदे ने, उसे नूं अंजील कहंदे ने, उसे नूं कुरान कहंदे ने। और धन गुरु ग्रंथ साहब जी महाराज दी ए बाणी इते सारे दे सारे खसम दे बोल गुरु नानक देव जी महाराज ते आप कहंदे ने, जैसे में आवे खसम की बाणी तैसड़े करी ज्ञान वे लालो। इते परमात्मा आप बोलिया है, इते उसदी मेहर उसदी बख्शिश। मैं ते एक साज सी उसने वजाया है, ये गीत निकले है, ये संगीत निकले है। ते जद भी कोई परिपूर्ण परमात्मा नूं इंज अर्पण करदा है जैसे कोई साज साजिंदे दे हत्थां जो है चला जाता है
वाकई उस मनुख की जिंदगी संगीतमई हो जाती है, गीतमई हो जाती है, आनंदमई हो जाती है। इस वास्ते धन गुरु नानक देव जी महाराज फरमान पे करते ने, हे परिपूर्ण परमात्मा, तैथों बिना मेरा कौड़ी भी मुल नहीं, कीमत कौन करे तुद भावा, देख दिखावे ढोलो। हे परिपूर्ण परमात्मा, जे कोई तेरा दीदार करावे, दिखावे, उस ढोल दे दर्शन करावे, तो कौन कीमत पा सकता है, कौन मुल दे सकता है? तू ते अमुल है। ते जिहड़ा दिखावे, जिहड़ा उस पासे दी प्रेरणा देवे, वो भी इतना महान है कि उसकी भी कीमत नहीं पाई जा सकती। साहिब श्री गुरु नानक देव जी महाराज वडहंस राग दे एक शब्द दे फरमान करते ने, तैं साहिब की बात जे आखे, कहो नानक क्या दीजे। जे उस प्यारे दी मैनू कोई गल सुनावे, उसदे गीत सुनावे, उसदी गली दा पता दसे, उसदे घर दा टिकाणा दसे, तो फिर उसनू नजराना की दईए, उसनू भेटा की दईए। ये गुरु नानक ने एक सवाल खड़ा किया है और इस सवाल का आप ही जवाब देंदे ने। तैं साहिब की बात जे आखे, कहो नानक क्या दीजे, सीस वडे कर बैसन दीजे, विण सिर सेव करीजे। सिर नू कट के उन्होंने बैठन लई थां दईए। वो किसी इट ते ना बैठे, पलंग ते ना बैठे, सिर ते बैठे। और सिर तो बिना जिहड़ा धड़ है, ये उसकी सेवा च जुट जाए, हथ पैर उसकी सेवा च जुट जान, ते सिर उसदे बैठन लई सिंघासन बने। किस दे? जो परमात्मा की गल केवल सुनावे, उसकी गली का पता दस दे, उसदे घर दे चक्र चैन दसे। साहिब श्री गुरु नानक देव जी महाराज का बिरही हिरदा इतना सदके जांदा है उस तो, तैं साहिब की बात जे आखे, कहो नानक क्या दीजे, सीस वडे कर बैसन दीजे, विण सिर सेव करीजे। तो साहिब कहते ने उस ढोल दे कोई दर्शन करावे, दिखावे। ऐसा परिपूर्ण परमात्मा जो अमुल है कि जो बख्शिश करके उसकी गली का संदेशा देवे, दिखावे, वो भी महान है, वो भी पूजन योग है, उसकी भी कीमत नहीं पाई जा सकती। दूर न जाना अंतर माना, हर का महल पछाना। हुण हे परिपूर्ण परमात्मा, मैं तेनू दूर नहीं जानदा, तू तो बहुत नेड़े है, बहुत नेड़े है। भगत रविदास जी महाराज कहते ने, मेरा हथ भी जितना मेरे तन तो दूर जा सकता है, हे प्रभु तू ते इतना भी दूर नहीं। कहे रविदास हाथ पे नेरे, सहजे होए सो होई। तू ते इतना निकट है, इतना जो है नेड़े है। साहिब गुरु नानक देव जी महाराज दा फरमान, बेखत सुनत सदा है संगे, मैं मूर्ख जानिया दूरी रे। तू ते सदा वेखदा पे, सदा सुनदा पे, सदा छूंदा पे, सदा अंग संग है, पर पता नहीं मैं क्यों तेनों दूर समझ ले। तू ते सदा अंग संगे अभंगं विभूते। तो पातशाह कहते मैं तेनों दूर नहीं जानदा, हुण मैं तेनों अपने अंतर आत्मे दे च मनदा, और मैं वेख लिया हर का महल पछाना। मैं उस महल की पहचान कर ली है, मैं उस टिकाणे नू जो है वेख लिया। नानक वैसा खी प्रभ भावे, सुरत सबद मन माना। अगर वैसाख दे महीने विच कोई अपनी सुरत नू शब्द नाल जोड़ के मन नू मना लवे, ते वैसाख दा महीना भी उस वास्ते इंज होवेगा, नवा खेड़ा, नवीं कौंपलां फुटणगियां, शाखां वेश करनगियां। वाकई उसकी जिंदगी शिंगारी जाएगी, जिमें दरख्त नवे पत्तियां नाल शिंगारिया जाता है, जिमें दरख्त फुल्लां नाल शिंगारिया जाता है, जिमें नवीं कौंपलां फुटण करके दरख्त का रंग रूप अत्यंत सुंदर बन जाता है। इस तरीके नाल विसाख दे महीने च
हे परिपूर्ण परमात्मा, जे तू किधरे हिरदे च प्रगट हो जाए ते अभ्यासी तेरा चिंतन करे ਤਾਂ ਉਸ ਦੀ ਜ਼ਿੰਦਗੀ ਇੰਜ ਹੋ ਜਾਂਦੀ ਹੈ, ਉਹ ਦਰਖਤ ਜਿਸ ਨੂੰ ਨਵੀਆਂ ਕੋਂਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ, ਕਦੀ ਝੜਦੇ ਵੀ ਨਹੀਂ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਪਲ, ਪੰਛੀ ਕੇਲ ਕਰੰਦ। ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ, ਸਦੀਵੀ ਹਰਿਆਵਲੀ ਬਣੀ ਰਹਿੰਦੀ ਹੈ। ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਸਾਖਾਂ ਨਵੀਆਂ ਵੇਸ ਦੇ ਵਿੱਚ ਲੀਨ ਹੋਈਆਂ ਨੇ, ਨਵੇਂ ਪੱਤੇ ਨਿਕਲ ਰਹੇ ਨੇ, ਨਵਾਂ ਸ਼ਿੰਗਾਰ ਕਰ ਰਹੀਆਂ ਨੇ। ਇਹ ਬੰਦੇ ਤੂੰ ਪੁਰਾਣੀਆਂ ਗੱਲਾਂ 'ਚ ਉਲਝਿਆ ਹੋਇਆ, ਪੁਰਾਣੇ ਝਮੇਲਿਆਂ 'ਚ ਉਲਝਿਆ ਹੋਇਆ। ਜੀਵਨ ਵਿੱਚ ਨਵੀਨਤਾ ਨੂੰ ਜਨਮ ਦੇ, ਨਵੇਂ ਖਿਆਲਾਂ ਨੂੰ ਜਨਮ ਦੇ, ਨਵੇਂ ਗੀਤ ਨੂੰ ਜਨਮ ਦੇ, ਨਵੇਂ